ਸਾਹਿਬ ਜੀ ਕਹਿਓ ਆਏ ਮੈਂ ਹਰ ਗੋਬਿੰਦ ਖੋਲ ਬਿਲੋ ਕਹੋ ਚਖ ਅਰਬਿੰਦ ਕਹਿਓ ਆਏ ਮੈਂ ਹਰ ਗੋਬਿੰਦ। ਜਬਰ ਛਤਰ ਤਖਤ ਕੇ ਮਾਲਕ ਗੁਰ ਤਖਤ ਦੇ ਉੱਪਰ ਸੁਭਾਇਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਗਰੀਬ ਨਵਾਜ ਗੁਰੂ ਸ਼ਬਦ ਸਰੂਪ ਜੋਤ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਵਿਖੇ ਸੰਧਿਆ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ ਵਡਭਾਗ ਹੈ ਜੋ ਸਤ ਸੰਗਤ ਕਰਨ ਦਾ ਸੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸਰਬੱਤ ਸੰਗਤਾਂ ਨੇ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਸ਼੍ਰੀ ਮੁਖ ਵਾਕ ਸ਼੍ਰਵਣ ਕਰਕੇ ਲਾਭ ਖੱਟਿਆ ਲਾਹਾ ਪ੍ਰਾਪਤ ਕੀਤਾ। ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਪਾਵਨ ਗੁਰ ਇਤਿਹਾਸ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ ਰਸਨਾ ਸਫਲਾਓ ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ ਵਾਲਾ ਪ੍ਰਸੰਗ ਸੰਖੇਪ ਕੁਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ ਔਰ ਅੱਗੇ ਆ ਰਹੀ ਵਿਚਾਰ ਨੂੰ ਸਮਝਣ ਵਿੱਚ ਅਸਹਿਜ ਮਹਿਸੂਸ ਨਾ ਹੋਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਚਾਲੇ ਪਾਏ ਵਹੀਰ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ। ਗਰੀਬ ਨਵਾਜ ਚਲਦਿਆਂ ਕਰਮਨੀਕ ਜਗ੍ਹਾ 'ਤੇ ਪਹੁੰਚੇ ਜਿੱਥੇ ਖੂਹ ਸੀ, ਜਲ ਦਾ ਪ੍ਰਬੰਧ ਸੀ, ਸੋਹਣੀ ਸੁੰਦਰ ਛਾਂ ਸੀ। ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਵਾਰੀ ਉਤਾਰੀ, ਜਲ ਪਾਨ ਕੀਤਾ। ਬਾਬਾ ਬਿਧੀ ਚੰਦ ਸਾਹਿਬ ਤਾਈਂ ਕਹਿਣ ਲੱਗੇ, ਵੇਖੋ ਕਿ ਸਾਡਾ ਪਰਿਵਾਰ ਕਿੱਥੇ ਕੋ ਹੈ। ਜਦੋਂ ਸਾਡੇ ਨਾਲੋਂ ਰਸਤੇ ਵਿੱਚ ਅੱਗੇ ਲੰਘ ਜਾਣ ਆਪਾਂ ਉਸ ਸਮੇਂ ਪ੍ਰਸਥਾਨ ਕਰਾਂਗੇ। ਬਾਬਾ ਬਿਧੀ ਚੰਦ ਸਾਹਿਬ ਨੇ ਵੇਖਿਆ, ਉੱਚੀ ਥਾਂ 'ਤੇ ਚੜ੍ਹ ਕੇ ਦੱਸਿਆ, ਗਰੀਬ ਨਵਾਜ ਆਪ ਜੀ ਦਾ ਪਰਿਵਾਰ ਆਪਣੇ ਨਾਲੋਂ ਅੱਗੇ ਲੰਘ ਚੁੱਕਿਆ ਹੈ, ਵਹੀਰ ਕਾਫੀ ਅੱਗੇ ਲੰਘ ਗਈ ਹੈ। ਸੁਣ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਵਾਰ ਹੋ ਕੇ ਚਾਲੇ ਪਾਏ। ਇੱਧਰ ਗੁਰੂ ਕੇ ਸਪੁੱਤਰਾਂ ਨੇ ਇੱਕ ਯੋਗ ਥਾਂ ਵੇਖ ਕੇ ਪਰਿਵਾਰ ਸਮੇਤ ਉਤਾਰਾ ਕੀਤਾ।
ਔਰ ਸਜਾ ਕੇ ਗੁਰਬਾਣੀ ਦਾ ਸ਼ੁਭ ਕੀਰਤਨ ਪ੍ਰਾਰੰਭ ਕਰ ਦਿੱਤਾ। ਆਪ ਹਜੂਰ ਸੱਚੇ ਪਾਤਸ਼ਾਹ ਪਾਸ ਪਹੁੰਚੇ, ਬੜੇ ਪ੍ਰਸੰਨ ਹੋਏ। ਸਾਰੀ ਸੰਗਤ ਸਮੇਤ ਪਰਿਵਾਰ ਵਿੱਚ ਵਿਰਾਜਮਾਨ ਹੋ ਕੇ ਕੀਰਤਨ ਸੁਣਿਆ। ਫਿਰ ਇੱਥੋਂ ਸਾਰੀ ਸਮੇਤ ਵਹੀਰ ਦੇ ਚਾਲੇ ਪਾ ਕਰਕੇ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਨਗਰ ਦੇ ਨੇੜੇ ਪਹੁੰਚੇ ਹਨ। ਉਸ ਤੋਂ ਉਰਾਂ ਜਿੱਥੇ ਅੱਜ ਸ੍ਰੀ ਕੇਸਗੜ੍ਹ ਸਾਹਿਬ ਸਥਾਨ ਸੁਭਾਇਮਾਨ ਹੈ, ਇੱਥੋਂ ਲੰਘਦਿਆਂ ਹੋਇਆਂ ਪਹਿਲੋਂ ਇਹਦੇ ਤੋਂ ਪਿੱਛੇ ਸਹੇਲਾ ਘੋੜਾ ਜੋ ਸੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ਼ਿਰਲੇ ਦੀ ਕਿਰਿਆ ਲਈ ਉਤਰੇ। ਬਾਬਾ ਬਿਧੀ ਚੰਦ ਸਾਹਿਬ ਨੇ ਸੋਹਣਾ ਸੋਮਾ ਵੇਖ ਕੇ ਜਲ ਛਕਾਇਆ। ਜਲ ਛਕਦਿਆਂ ਸਾਰ ਇਹ ਸਹੇਲਾ ਘੋੜਾ, ਜਿਹਦਾ ਨਾਮ ਜਾਣ ਭਾਈ ਸੀ, ਸਰੀਰ ਤਿਆਗ ਗਿਆ। ਕਿਉਂਕਿ ਜੰਗ ਯੁੱਧ ਦੇ ਵਿੱਚ ਬਹੁਤ ਭਾਰੀ ਜ਼ਖਮ ਲੱਗੇ ਸਨ। 1.25 ਮਣ ਲੋਹਾ ਕਹਿੰਦੇ ਇਹਦੇ ਸਰੀਰ ਵਿੱਚੋਂ ਨਿਕਲਿਆ ਸੀ। ਇਹ ਗਰੀਬ ਨਵਾਜ਼ ਗੁਰੂ ਸਾਹਿਬ ਜੀ ਦੀ ਸਵਾਰੀ ਹਿੱਤ ਇੱਥੋਂ ਤੱਕ ਪਹੁੰਚਾਉਣ ਦੇ ਲਈ ਹੀ ਜਿਉਂਦਾ ਸੀ। ਇੱਥੇ ਆਪ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਹੱਥੀਂ ਇਸ ਦਾ ਸੰਸਕਾਰ ਕਰਵਾਇਆ ਔਰ ਬੜੀ ਇਸ ਦੀ ਪ੍ਰਸ਼ੰਸਾ ਕੀਤੀ। ਇੱਥੋਂ ਦੂਸਰੇ ਘੋੜੇ 'ਤੇ ਸਵਾਰ ਹੋ ਕੇ ਚਾਲੇ ਪਾਏ। ਕੇਸਗੜ੍ਹ ਸਾਹਿਬ ਵਾਲੀ ਥਾਂ 'ਤੇ ਆਣ ਕਰਕੇ ਸਿਰ ਨਵਾਇਆ। ਬਾਬਾ ਬਿਧੀ ਚੰਦ ਸਾਹਿਬ ਨੇ ਕਾਰਨ ਪੁੱਛਿਆ। ਗਰੀਬ ਨਵਾਜ਼ ਨੇ ਦੱਸਿਆ, ਇੱਥੇ ਭਾਰੀ ਸਤ ਸੰਗਤ ਸਾਧੂ ਸੰਤਾਂ ਨੇ ਮਿਲ ਕੇ ਤਪ ਕੀਤਾ ਹੈ। ਵਸ਼ਿਸ਼ਟ ਮੁਨੀ ਨੇ ਵੀ ਇਸੇ ਜਗ੍ਹਾ 'ਤੇ ਬੈਠ ਕਰਕੇ ਤਪੱਸਿਆ ਕੀਤੀ, ਸਤ ਸੰਗਤ ਕੀਤੀ। ਔਰ ਭਵਿੱਖਤ ਦੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਜਗ੍ਹਾ 'ਤੇ ਅਸੀਂ 10ਵਾਂ ਰੂਪ ਧਾਰ ਕੇ ਜੰਗਾਂ ਲੜਾਂਗੇ, ਅਨੇਕਾਂ ਕੌਤਕ ਕਰਾਂਗੇ। ਇੱਕ ਪ੍ਰਚੰਡ ਪੰਥ ਇਸ ਸੰਸਾਰ ਦੇ ਵਿੱਚ ਅਸੀਂ ਪ੍ਰਗਟ ਕਰਾਂਗੇ ਇਸੇ ਅਸਥਾਨ 'ਤੇ। ਇਉਂ ਕਰਦਿਆਂ ਗਰੀਬ ਨਵਾਜ਼ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚ ਗਏ। 2 ਕੋਹ ਦੀ ਦੂਰੀ 'ਤੇ ਜਦੋਂ ਇਹ ਸਥਾਨ ਰਹਿ ਗਿਆ, ਇੱਥੋਂ ਸੱਚੇ ਪਾਤਸ਼ਾਹ ਨੇ ਸਿਫਤ ਕੀਤੀ ਕਿ ਨਗਰ ਬਹੁਤ ਸੁੰਦਰ ਵਸਾਇਆ ਹੈ। ਪਰ ਇੱਥੋਂ ਨੇੜੇ ਸਥਾਨ ਵੇਖ ਕੇ ਬਾਬਾ ਬੁੱਢਣ ਸ਼ਾਹ, ਜੋ ਬਹੁਤ ਅਧਿਆਤਮ ਰੂਹ ਹੈ, ਗੁਰੂ ਨਾਨਕ ਦੇਵ ਸਾਹਿਬ ਦੇ ਜਿਨ੍ਹਾਂ ਨੇ ਦਰਸ਼ਨ ਪ੍ਰਾਪਤ ਕੀਤੇ ਸੀ, ਇਹਨਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਚਨ ਕਰ ਦਿੱਤਾ ਸੀ ਵੀ 6ਵੇਂ ਸਰੂਪ ਦੇ ਵਿੱਚ ਫਿਰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰਾਂਗੇ। ਉਡੀਕ ਰਿਹਾ ਸੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਕਿ 6ਵੇਂ ਸਰੂਪ ਦੇ ਵਿੱਚ ਆ ਕੇ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰਨ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇੱਥੇ ਬੁੱਢਣ ਸ਼ਾਹ ਦੇ ਨੇੜੇ ਚੱਲ ਕੇ ਗਏ, ਜਿੱਥੇ ਸਮਾਧੀ ਵਿੱਚ ਬੈਠਾ ਹੋਇਆ ਸੀ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅਨੂਪਮ ਦਰਸ਼ਨਾਂ ਦੀ ਕਲਪਨਾ ਕਰ ਰਿਹਾ ਸੀ। ਹਿਰਦੇ ਵਿੱਚ ਵਾਰ-ਵਾਰ ਚੇਤੇ ਕਰ ਰਿਹਾ ਹੈ, ਅਰਜ਼ਾਂ ਗੁਜ਼ਾਰ ਰਿਹਾ ਹੈ। ਸੱਚੇ ਪਾਤਸ਼ਾਹ ਦੀ ਸੂਰਤ ਮੂਰਤ ਹਿਰਦੇ ਵਿੱਚ ਵਸਾਈ ਹੋਈ ਹੈ। ਦਰਸ਼ਨਾਂ ਦੀ ਤੜਪ ਹੈ, ਨੇਤਰ ਬੰਦ ਹੈ, ਸਮਾਧੀ ਲੱਗੀ ਹੈ। ਇੱਥੋਂ ਤੱਕ ਆਪਾਂ ਕੱਲ੍ਹ ਇਹ ਕਥਾ ਸ਼ਰਵਣ ਕੀਤੀ ਸੀ। ਅੱਗੇ ਜਿਸ ਤਰੀਕੇ ਨਾਲ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ਼ ਗੁਰੂ ਸਾਹਿਬ ਦੇ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਦੇ ਨਾਲ ਜੁੜ ਕੇ ਨਿਹਾਲ ਹੋਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿਓ ਆਏ ਮੈਂ ਘਰ ਗੋਬਿੰਦ। ਗਰੀਬ ਨਵਾਜ਼ ਬਾਬਾ ਬੁੱਢਣ ਸ਼ਾਹ ਦੇ ਪਾਸ ਪਹੁੰਚੇ, ਜਿੱਥੇ ਸਮਾਧੀ ਸਥਿਤ ਹੈ। ਗਰੀਬ ਨਵਾਜ਼ ਨੂੰ ਲੰਬੇ ਸਮੇਂ ਤੋਂ ਉਡੀਕ ਰਿਹਾ ਹੈ। ਦਰਸ਼ਨਾਂ ਦੀ ਲਾਲਸਾ ਹੈ ਇਸ ਦੇ ਹਿਰਦੇ ਦੇ ਵਿੱਚ। ਹਉ ਟੁਢੇਦੀ ਦਰਸ਼ਨ ਕਾਰਨ ਬੀਥੀ ਬੀਥੀ ਭੇਖਾ। ਜਿਨ੍ਹਾਂ ਨੂੰ ਅੰਦਰੋਂ ਤੇ ਲੱਗਦੀ ਹੈ ਨਾ ਸਤਿਗੁਰਾਂ ਦੇ ਦਰਸ਼ਨਾਂ ਦੀ, ਉਹ ਲੱਭਦੇ ਫਿਰਦੇ ਹੈ, ਸਿਮਰਦੇ ਆ, ਹਰ ਘੜੀ ਚੇਤੇ ਕਰਦੇ ਵੀ ਕਿਸੇ ਨਾ ਕਿਸੇ ਤਰੀਕੇ ਸਾਨੂੰ ਗਰੀਬ ਨਵਾਜ਼ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇ। ਜਿਨ੍ਹਾਂ ਨੂੰ ਦਰਸ਼ਨਾਂ ਦੀ ਕਦਰ ਹੈ, ਜਿਨ੍ਹਾਂ ਨੂੰ ਪਤਾ ਜਾ ਦੇਖਿਆ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ। ਜੇ ਇਹਨਾਂ ਨੇਤਰਾਂ ਨਾਲ ਮਨ ਚਿੱਤ ਇਕਾਗਰ ਸੁਰਤ ਕਰਕੇ ਸਮਰਪਿਤ ਹੋ ਕੇ ਕਰੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਈਏ, ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ।
ਸੋ ਮਹਾਨ ਰੂਹ ਮਹਾਨ ਆਤਮਾ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨਾਂ ਦੀ ਕੀਮਤ ਪਤਾ ਹੈ, ਕਦਰ ਪਤਾ, ਉਡੀਕ ਰਹੇ ਹਨ। ਸੱਚੇ ਪਾਤਸ਼ਾਹ ਪਾਸ ਪੁੱਜੇ, ਜਾ ਕਰਕੇ ਕਿਹਾ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ, ਆਪਣਾ ਨਾਮ ਲਿਆ ਗਰੀਬ ਨਵਾਜ ਨੇ ਕਿ ਅਸੀਂ ਹਰਗੋਬਿੰਦ ਹਾਂ। ਖੋਲ ਬਿਲੋਕਹੁ ਚਖ ਅਰਬਿੰਦ। ਇਸ ਕਰਕੇ ਹੁਣ ਨੇਤਰ ਖੋਲ ਆਪਣੇ, ਚਖ ਨੇਤਰ ਜਿਹੜੇ ਕਮਲ ਵਾਂਗੂ ਮੁਰਝਾਏ ਹੋਏ, ਭਾਵ ਬੰਦ ਕੀਤੇ ਹੋਏ ਆ ਤੂੰ। ਸਾਡੇ ਦਰਸ਼ਨਾਂ ਦੀ ਆਸ ਵਿੱਚ ਸੰਸਾਰ ਨੂੰ ਵੇਖਣਾ ਛੱਡ ਦਿੱਤਾ, ਬੰਦ ਕਰ ਲੈ। ਸੰਸਾਰ ਵਾਲੇ ਪਾਸਿਓਂ ਅੱਖਾਂ ਫੇਰ ਲਈਆਂ। ਹਰ ਰੋਜ਼ ਬੰਦ ਕਰਕੇ ਕਲਪਨਾ ਕਰਦਾ ਸਾਡੇ ਸਰੂਪ ਦੀ, ਸਾਡੇ ਦਰਸ਼ਨਾਂ ਦੀ। ਚੇਤੇ ਕਰਦਾ ਸਾਨੂੰ ਦਰਸ਼ਨਾਂ ਦੀ ਆਸ ਦੇ ਵਿੱਚ। ਤੈਨੂੰ ਨਿਹਾਲ ਕਰਨ ਆਏ ਆ, ਦਰਸ਼ਨ ਦੇਣ ਆਏ ਆ। ਖੋਲ ਆਪਣੀਆਂ ਅੱਖਾਂ। ਦੇਹੋ ਦਰਸ਼ਨ ਨਿਜ ਬਾਕ ਸੁਣਾਏ। ਔਰ ਵੇਖ ਸਾਡੇ ਤਾਈਂ, ਸਾਨੂੰ ਆਪਣੇ ਦਰਸ਼ਨ ਦੇ। ਅੱਖਾਂ ਖੋਲ ਕੇ ਵੇਖ ਸਾਨੂੰ, ਤੇ ਆਪਣੇ ਸੋਹਣੇ ਬਚਨ ਹੈ ਜਿਹੜੇ ਉਹ ਸਾਡੇ ਤਾਈਂ ਹੁਣ ਸੁਣਾ। ਜਬ ਇਹੋ ਕਾਨ ਪਰੀ ਧੁਨ ਜਾਏ। ਜਦੋਂ ਇਹ ਮਿੱਠੀ ਆਵਾਜ਼ ਬਾਬਾ ਬੁੱਢਣ ਸ਼ਾਹ ਦੇ ਕੰਨਾਂ ਦੇ ਵਿੱਚ ਜਾ ਕੇ ਪਈ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਹੋ ਕੇ ਅਧਿਕ ਆਨੰਦ ਤੇ ਨੈਣ ਉਘਾਰੇ। ਬੜਾ ਆਨੰਦ ਆਇਆ, ਹਿਰਦੇ ਨੂੰ ਰਸ ਆ ਗਿਆ, ਸ਼ਾਂਤੀ ਪ੍ਰਤੀਤ ਹੋ ਗਈ, ਸੁਖ ਵਰਸਿਆ ਆਪਣੇ ਅੰਦਰ, ਹਿਰਦੇ ਦੇ ਘਰ ਦੇ ਵਿੱਚ ਸੁਖ ਵਰਸਿਆ। ਉਸੇ ਸਮੇਂ ਆਪਣੇ ਨੇਤਰ ਖੋਲ ਲਏ ਹਨ। ਪਰਿਓ ਚਰਨ ਜਸ ਰੁਚਿਰ ਉਚਾਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਬੜਾ ਸੁੰਦਰ ਜਸ ਇਸਨੇ ਆਪਣੀ ਰਸਨਾ ਤੋਂ ਕੀਤਾ, ਤੇ ਸੱਚੇ ਪਾਤਸ਼ਾਹ ਦੇ ਦੋਵੇਂ ਚਰਨ ਇਹਨੇ ਆਪਣੇ ਬਿਰਧ ਹੱਥਾਂ ਦੇ ਨਾਲ ਪਕੜ ਲਏ ਹਨ। ਨਮੋ ਨਮੋ ਤੁਮਕੋ ਜਗ ਸੁਆਮੀ। ਕੀ ਕਹਿੰਦਾ ਹੈ ਬਾਬਾ ਬੁੱਢਣ ਸ਼ਾਹ? ਕਹਿਣ ਲੱਗੇ ਨਮਸਕਾਰ ਹੈ, ਨਮਸਕਾਰ ਹੈ ਤੁਹਾਡੇ ਤਾਈਂ ਹੈ ਜਗਤ ਦੇ ਮਾਲਕ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ। ਨਮੋ ਨਮੋ ਪ੍ਰਭ ਅੰਤਰਜਾਮੀ। ਹੇ ਅੰਤਰਜਾਮੀ ਸਤਿਗੁਰੂ ਜੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜਾਣਨ ਵਾਲੇ ਤੁਹਾਡੇ ਤੋਂ ਕੁਝ ਨਹੀਂ ਛੁਪਿਆ, ਸਭ ਕੁਝ ਤੁਹਾਡੇ ਦ੍ਰਿਸ਼ਟੀ ਗੋਚਰ ਹੈ, ਤੁਹਾਡੇ ਨੇਤਰਾਂ ਦੇ ਸਾਹਮਣੇ ਹੈ। ਨਮਸਕਾਰ ਹੈ ਪ੍ਰਭੂ, ਮੇਰੇ ਨਮਸਕਾਰ ਹੈ ਆਪ ਜੀ ਦੇ ਤਾਈਂ ਹੈ ਪ੍ਰਭੂ ਜੀ। ਨਮੋ ਨਮੋ ਗਨ ਤੁਰਕਨ ਹਰਤਾ। ਨਮਸਕਾਰ ਹੈ ਮੇਰੇ, ਨਮਸਕਾਰ ਹੈ ਗਣ ਬੇਅੰਤ ਬੇਗਿਣਤ ਤੁਰਕਾਂ ਨੂੰ ਮਾਰਨ ਵਾਲੇ ਸਤਿਗੁਰੂ ਜੀਓ। ਮੈਂ ਨਮਸਕਾਰ ਕਰਦਾ ਤੁਹਾਡੇ ਤਾਈਂ। ਨਮੋ ਨਮੋ ਉਜਲ ਜਸ ਕਰਤਾ। ਹੇ ਗਰੀਬ ਨਵਾਜ, ਤੁਹਾਡਾ ਜਸ, ਜਸ ਦੇ ਕਰਤਾ, ਉਜਲ ਜਸ ਦੇ ਕਰਤਾ, ਪਾਵਨ ਵਡਿਆਈ ਦੇ ਫੈਲਾਉਣ ਵਾਲੇ ਗਰੀਬ ਨਵਾਜ, ਤੁਹਾਨੂੰ ਮੇਰੀ ਨਮਸਕਾਰ ਹੋਵੇ, ਤੁਹਾਨੂੰ ਮੇਰੀ ਨਮਸਕਾਰ ਹੋਵੇ। ਇਸ ਸੰਸਾਰ ਦੇ ਕਰਤਾ, ਸ੍ਰਿਸ਼ਟੀ ਦੇ ਰਚਨਹਾਰ ਆਪ ਜੀ ਦਾ ਜਸ ਬੜਾ ਉਜਲ, ਬੜਾ ਪਵਿੱਤਰ ਹੈ, ਮੈਲ ਰਹਿਤ ਹੈ, ਨਿਰਮਲ ਹੈ। ਮੇਰੀ ਆਪ ਜੀ ਨੂੰ ਨਮਸਕਾਰ ਹੈ ਸਤਿਗੁਰੂ, ਮੇਰੀ ਆਪ ਜੀ ਨੂੰ ਨਮਸਕਾਰ ਹੈ ਜੀ। ਸੱਚ ਦਾ ਆਨੰਦ ਸਰੂਪ ਤੁਮਾਰਾ। ਤੁਹਾਡਾ ਸਰੂਪ ਸਤ ਚੇਤਨ ਤੇ ਆਨੰਦ ਸਰੂਪ ਹੈ। ਸਤ ਤ੍ਰੈ ਕਾਲ ਅਬਾਦ, ਚੇਤਨ ਆਪਣੇ ਆਪ ਤੋਂ ਸਫੁਰਨ ਹੈ, ਚੇਤਨ ਹੈ, ਪ੍ਰਕਾਸ਼ਕ ਹੈ ਆਪਣੇ ਆਪ ਦਾ ਆਪ। ਆਨੰਦ ਖੇੜੇ ਦੇ ਨਾਲ ਭਰਿਆ ਹੋਇਆ, ਰਸ ਦੇ ਨਾਲ ਭਰਿਆ ਹੋਇਆ, ਸਤ ਸੁਹਾਨ ਸਦਾ ਮਨ ਚਾਓ ਸਰੂਪ ਹੈ ਆਪ ਜੀ ਦਾ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਸਤ ਤ੍ਰੈ ਕਾਲ ਆਬਾਦ ਸਰੂਪ ਹੈ। ਐਸਾ ਆਪ ਜੀ ਦਾ ਸਰੂਪ ਹੈ ਗਰੀਬ ਨਵਾਜ ਜੀ, ਮੇਰੀ ਨਮਸਕਾਰ ਹੈ ਜੀ। ਮੱਛ ਕੱਛ ਬਾਵਨ ਤਨ ਧਾਰਾ। ਆਪ ਜੀ ਨੇ ਸਮੇਂ ਸਮੇਂ ਇਸ ਸੰਸਾਰ ਦੇ ਵਿੱਚ ਅਨੇਕਾਂ ਸਰੀਰ ਧਾਰਨ ਕੀਤੇ। ਮੱਛ, ਕੱਛ, ਬਾਵਨ ਇਤਿਆਦਿਕ ਅਨੇਕ ਸਰੀਰ ਆਪ ਜੀ ਨੇ ਇਸ ਸੰਸਾਰ ਦੇ ਵਿੱਚ ਧਾਰ ਕੇ ਆਪ ਜੀ ਵਿਚਰੇ ਹੋ ਜੀ। ਸ਼ੂਕਰ ਸ਼੍ਰੀ ਨਰ ਸਿੰਘ ਬਨੇ ਹੋ। ਆਪ ਜੀ ਕਦੇ ਸ਼ੂਕਰ ਭਾਵ ਸੂਰ ਦਾ ਅਵਤਾਰ ਧਾਰਨ ਕੀਤਾ ਹੈ।
ਕਦੇ ਆਪ ਜੀ ਨੇ ਨਰਸਿੰਘ ਰੂਪ ਧਾਰਨ ਕੀਤਾ, ਅੱਧਾ ਮਾਨਸ ਅੱਧਾ ਸ਼ੇਰ ਦਾ ਸਰੂਪ। ਰਾਮਚੰਦ ਸ਼੍ਰੀ ਕ੍ਰਿਸ਼ਨ ਭਲੇ ਹੋ। ਕਦੇ ਆਪ ਜੀ ਨੂੰ ਇਸ ਸੰਸਾਰ ਦੇ ਵਿੱਚ ਰਾਮਚੰਦਰ ਦੇ ਨਾਮ ਨਾਲ ਪੁਕਾਰਿਆ ਗਿਆ, ਕਦੇ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਦੇ ਨਾਲ ਉਚਾਰਨ ਕੀਤਾ ਗਿਆ। ਸ਼੍ਰੀ ਨਾਨਕ ਸ਼੍ਰੀ ਅੰਗਦ ਅਮਰ। ਫਿਰ ਆਪ ਜੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸ਼੍ਰੋਮਣੀ ਹੋ ਕੇ ਸੰਸਾਰ ਦੇ ਵਿੱਚ ਆਪ ਪ੍ਰਸਿੱਧ ਹੋਏ। ਫਿਰ ਆਪ ਨੇ ਆਪਣੀ ਜੋਤ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਤਬਦੀਲ ਕੀਤੀ। ਫਿਰ ਆਪ ਜੀ ਤੀਜੇ ਰੂਪ ਵਿੱਚ ਪ੍ਰਗਟ ਹੋਏ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਰੂਪ ਬਣਾ ਲਿਆ। ਰਾਮ ਗੁਰੂ ਅਰਜਨ ਰਚ ਸਮਰ। ਫਿਰ ਆਪ ਜੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਵਿੱਚ ਪ੍ਰਸਿੱਧ ਹੋਏ। ਫਿਰ ਆਪ ਜੀ ਪੰਚਮ ਰੂਪ ਆਪਣੇ ਪਿਤਾ ਰੂਪ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਜੋਤ ਰੂਪ ਹੋ ਕੇ ਵਰਤੇ। ਛਟਵਾਂ ਰੂਪ ਧਰ ਦਰਸ਼ਨ ਦੀਨਾ। ਹੁਣ ਤੁਸੀਂ ਜੋਤ ਰੂਪ ਦੇ ਵਿੱਚ ਛੇਵਾਂ ਸਰੀਰ ਇਹ ਧਾਰਿਆ ਹੈ। ਇਹ ਸਰੀਰ ਪਵਿੱਤਰ ਧਾਰਨ ਕਰਕੇ ਸਾਡੇ ਤਾਈਂ ਦਰਸ਼ਨ ਦੇ ਕਰਕੇ ਸਾਨੂੰ ਨਿਹਾਲ ਕੀਤਾ ਹੈ ਜੀ। ਮਮ ਕਲਿਆਣ ਸਕਲ ਵਿਦ ਕੀਨਾ। ਮੇਰੀ ਕਲਿਆਣ ਤੁਸੀਂ ਸਾਰੇ ਤਰੀਕਿਆਂ ਦੇ ਨਾਲ ਕਰ ਦਿੱਤੀ ਹੈ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮੈਨੂੰ ਨਿਹਾਲ ਕੀਤਾ ਹੈ ਜੀ। ਭਾਵ ਸ਼੍ਰੋਣ ਜੁਤ ਅਧਿਕ ਸੁਹਾਏ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਜ਼ਖਮਾਂ ਤੇ ਲਹੂ ਦੇ ਨਾਲ ਆਪ ਜੀ ਬਹੁਤ ਭਾਰੀ ਸੁਭਾਏਮਾਨ ਹੋ ਰਹੇ ਹੋ, ਕਿਉਂਕਿ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਜੰਗ ਦੇ ਵਿੱਚੋਂ ਸਿੱਧੇ ਪਹੁੰਚੇ ਸੀ। ਸੋ ਜਿਹੜੇ ਸਰੀਰ ਦੇ ਉੱਪਰ ਸ਼ਸਤਰ ਸਹਾਰਨ ਕਰਕੇ ਜ਼ਖਮ ਹੈ, ਜ਼ਖਮਾਂ ਦੇ ਵਿੱਚੋਂ ਸਿਮਿਆ ਲਹੂ ਹੈ, ਉਸੇ ਤਰੀਕੇ ਦੇ ਨਾਲ ਬਾਣੇ ਦੇ ਨਾਲ ਲੱਗਿਆ ਹੋਇਆ ਪ੍ਰਤੱਖ ਦਿਸ ਰਿਹਾ ਹੈ, ਨਜ਼ਰ ਆ ਰਿਹਾ ਹੈ। ਹੇ ਮਹਾਰਾਜ, ਇਹ ਜ਼ਖਮ, ਇਹ ਆਪ ਜੀ ਦਾ ਪਵਿੱਤਰ ਲਹੂ ਜੋ ਆਪ ਜੀ ਦੇ ਬਾਣੇ ਨੂੰ ਲੱਗਿਆ ਹੋਇਆ ਦ੍ਰਿਸ਼ਟੀ ਗੋਚਰ ਹੋ ਰਿਹਾ, ਦਿਸ ਰਿਹਾ, ਇਹ ਬਹੁਤ ਸ਼ੋਭਾ ਦੇ ਰਿਹਾ ਹੈ ਆਪ ਜੀ ਦੇ ਪਾਵਨ ਸਰੀਰ ਉੱਪਰ ਜੀ। ਹੱਥ ਰਾਵਣ ਜਨ ਰਗਬਰ ਆਏ। ਮੈਨੂੰ ਇਉਂ ਪ੍ਰਤੀਤ ਹੋ ਰਿਹਾ ਜਿਵੇਂ ਜਿਸ ਕਿਸੇ ਸਮੇਂ ਰਾਮਚੰਦਰ ਰਾਵਣ ਨੂੰ ਮਾਰ ਕਰਕੇ ਵਾਪਸ ਅਯੋਧਿਆ ਪਰਤੇ ਸੀ ਨਾ। ਇੱਕ ਮਾਤਰ ਦਾ ਦ੍ਰਿਸ਼ਟਾਂਤ ਹੈ ਵੀ ਰਾਮਚੰਦਰ ਦੇ ਵਾਪਸ ਆਉਣ ਤੇ ਐਵੇਂ ਅਯੋਧਿਆ ਨਿਵਾਸੀਆਂ ਨੂੰ ਤੇ ਉਹਦੇ ਭਰਾ ਭਰਤ ਨੂੰ ਆਨੰਦ ਹੋਇਆ ਸੀ, ਰਸ ਆਇਆ ਸੀ, ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਸੀ। ਹੇ ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਓਨਾ ਆਨੰਦ, ਮੈਨੂੰ ਓਨਾ ਰਸ ਪ੍ਰਾਪਤ ਹੋ ਰਿਹਾ ਜਿਵੇਂ ਵਨਵਾਸ ਤੋਂ ਬਾਅਦ ਰਾਮਚੰਦਰ ਦੇ ਵਾਪਸ ਆਉਣ ਤੇ ਅਯੋਧਿਆ ਨਿਵਾਸੀਆਂ ਨੂੰ ਹੋਇਆ ਸੀ। ਇਹਦੇ ਵਿੱਚ ਇਸ ਨੂੰ ਤਰਕ ਦੀ ਤੱਕੜੀ ਤੇ ਤੋਲਣਾ ਜ਼ਰੂਰੀ ਨਹੀਂ ਹੈ। ਜਿੱਥੇ ਪ੍ਰੇਮ ਦੀ ਗੱਲ ਹੋਵੇ ਉੱਥੇ ਤਰਕ ਨਹੀਂ ਹੁੰਦੀ। ਇੱਕ ਬਾਬਾ ਬੁੱਢਣ ਸ਼ਾਹ ਮੁਸਲਮਾਨ ਪੀਰ ਹੈ, ਔਰ ਜਿਹੜੇ ਜਿਹੜੇ ਅਵਤਾਰਾਂ ਦੇ ਨਾਮ ਗਨਾਏ ਉਹਨਾਂ ਸਾਰੇ ਅਵਤਾਰਾਂ ਨੂੰ ਹਿੰਦੂ ਮਤ ਪੂਜਦਾ ਹੈ। ਰਾਮਚੰਦਰ, ਕ੍ਰਿਸ਼ਨ, ਬਾਵਨ, ਮੱਛ, ਕੱਛ, ਬਰਾ, ਇਹ ਸਭ ਹਿੰਦੂ ਮਤ ਦੇ ਗ੍ਰੰਥਾਂ ਦੇ ਵਿੱਚ ਹੈ। ਸੋ ਇਹ ਇੱਕ ਪ੍ਰੇਮ ਦੀ ਬਾਤ ਹੈ। ਜਿੱਥੇ ਪ੍ਰੇਮ ਦੀ ਅੰਸ਼ ਪੈਦਾ ਹੁੰਦੀ ਹੈ, ਜਿੱਥੇ ਪ੍ਰੇਮ ਦਾ ਪ੍ਰਵਾਹ ਪੈਦਾ ਹੁੰਦਾ ਹੈ ਨਾ, ਉੱਥੇ ਹਮ, ਤੁਮ, ਓਏ, ਇਹ ਵਿਚਾਲੇ ਇਹ ਗੱਲਾਂ ਨਹੀਂ ਹੁੰਦੀਆਂ ਕੁਝ ਵੀ। ਓਏ ਜੋ ਵਿੱਚ ਹਮ ਤੁਮ ਕੁਛ ਹੋਤੇ ਤਿਨ ਕੀ ਬਾਤ ਬਿਲਾਨੀ, ਉਹ ਦੂਜੀਆਂ ਗੱਲਾਂ, ਦਵੈਤ ਦੀਆਂ ਗੱਲਾਂ। ਜਿੱਥੇ ਪ੍ਰੇਮ ਹੁੰਦਾ, ਨਾ ਕੋਈ ਹੋਰ ਹੁੰਦਾ, ਨਾ ਹਮ ਹੁੰਦਾ, ਨਾ ਤੁਮ ਹੁੰਦਾ, ਨਾ ਮੈਂ ਹੁੰਦੀ ਹੈ, ਨਾ ਤੂੰ ਹੁੰਦੀ ਹੈ। ਉੱਥੇ ਕੇਵਲ ਪ੍ਰਭੂ ਦੇ ਸਰੂਪ ਦੀ ਵਿਚਾਰ ਹੁੰਦੀ ਹੈ, ਵੈਰਾਗ ਦੇ ਨਾਲ। ਜਿਹੜੀ ਮੂਰਤ ਨੂੰ ਵੇਖ ਕੇ ਰੱਬ ਚੇਤੇ ਆ ਜਾਂਦਾ ਹੈ, ਪ੍ਰੇਮੀ ਉਸ ਮੂਰਤ ਤੋਂ ਆਪਣਾ ਸਭ ਕੁਝ ਵਾਰਨ ਨੂੰ ਤਿਆਰ ਹੋ ਜਾਂਦਾ ਹੈ। ਇਹ ਪ੍ਰੇਮ ਦੀ ਖੇਡ ਹੈ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੇ ਮਤਾਂਤ ਹੀ ਇਹ ਹੈ, ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਦਰ ਘਰ ਤੇ ਖੇਡ ਹੀ ਪ੍ਰੇਮ ਦੀ ਪ੍ਰਗਟ ਕਰਦਾ ਹੈ। ਸੱਚੇ ਪਾਤਸ਼ਾਹ ਤੇ ਕਹਿੰਦੇ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ। ਜੇ ਪ੍ਰੇਮ ਦਾ ਚਾਅ ਰੱਖਦਾ, ਜੇ ਪ੍ਰੇਮ ਦਾ ਹਿਰਦੇ ਦੇ ਵਿੱਚ ਉਤਸ਼ਾਹ, ਫਿਰ ਮੇਰੇ ਵਾਲੇ ਪਾਸੇ ਨੂੰ ਆਈ। ਇੱਥੇ ਦਵੈਤ ਨਹੀਂ, ਇੱਥੇ ਕਿਸੇ ਦੇ ਨਾਲ ਵੈਰ ਨਹੀਂ, ਇੱਥੇ ਕਿਸੇ ਦੇ ਨਾਲ ਵਿਰੋਧ ਨਹੀਂ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ
हमको बन आई। गरीब नवाज सच्चे पातशाह दे प्रेम दे रस्ते दियां आश्चर्य घटनावां विचारो। देखो एक मुसलमान फकीर अल्लाह अल्लाह ताला ताला तस्बीह फेरन वाला साहिब कबीर साहिब इस्लाम दे विच प्रगट हुए। ਉਹਨਾਂ ਨੇ ਇੱਕ ਹਿੰਦੂ ਮਤ ਦੇ ਧਾਰਮਿਕ ਗ੍ਰੰਥ ਦੀ ਸਾਖੀ ਸਾਂਝੀ ਕੀਤੀ ਆਪਣੀ ਰਸਨਾ ਤੋਂ ਪ੍ਰੇਮ ਵਿੱਚ ਆ ਕੇ। ਜਿਹੜੇ ਉਹਨਾਂ ਦੇ ਹਜ਼ੂਰ ਜੁੜੇ ਸੀ ਉਹਨਾਂ ਨੂੰ ਪ੍ਰੇਮ ਦੀ ਪਰਿਭਾਸ਼ਾ ਸਮਝਾਉਣ ਦੇ ਲਈ ਇੱਕ ਇਸਲਾਮ ਮਤ ਦਾ ਅਨੁਯਾਈ ਹਿੰਦੂ ਮਤ ਦੀ ਘਟਨਾ ਆਪਣੀ ਰਸਨਾ ਤੋਂ ਉਚਾਰਨ ਕਰਕੇ ਆਪਣੇ ਸ਼ਬਦਾਂ ਰਾਹੀਂ ਪ੍ਰਗਟ ਕਰਦਾ ਹੈ ਤੇ ਉਹਨਾਂ ਦੇ ਉਹ ਪਾਵਨ राजन कौन तुम्हारे आवे ऐसो भाओ बिदर को देखियो ओह गरीब मोह भावै। हस्ती देख भरम ते भूला श्री भगवान न जानिया। तुमरो दूध बिदर को पानो अमृत कर मैं मानिया। खीर समान साग मैं पाया गुण गावत रैन विहानी। कबीर को ठाकुर आनंद विनोदी जात ना काहू की मानी। ये साडे क्याफे है कि फलाना उन्हां दा है ते आ साडा है ते आ उन्हां दा है। ਜਿਹੜੇ ਪ੍ਰੇਮ ਦੀਆਂ ਖੇਡਾਂ ਖੇਡਦੇ ਆ, ਜਿਹੜੇ ਪ੍ਰੇਮ ਦੀਆਂ ਪੀਂਘਾਂ ਝੂਟਦੇ ਆ, ਉਹਨਾਂ ਵਾਸਤੇ ਕੋਈ ਨਹੀਂ ਬਗਾਨਾ, ਉਹਨਾਂ ਦੇ ਸਾਰੇ ਹੀ ਆਪਦੇ ਹੈ। ਉਹ ਪਰਾਈ ਦ੍ਰਿਸ਼ਟੀ ਨਾਲ ਨਹੀਂ ਵੇਖਦੇ ਕਿਸੇ ਨੂੰ, ਉਹ ਸਾਰਿਆਂ ਨੂੰ ਆਪਣਤ ਦੇ ਭਾਵ ਨਾਲ, ਆਪਣਤਵ ਦੇ ਭਾਵ ਨਾਲ ਵੇਖਦੇ ਆ। इस करके प्रेम पैदा करना चाहिए प्रभु दे परथाए अपने हिरदे दे विच विचार लियाउणी चाहिदी है। साडा गुरु विचार दा ते प्रेम दा मुजस्मा है। प्रेम तो बिना निरी विचार हंकार दा कारण बन जाती है ते वड्डे वड्डे विद्वानां नूं प्रेत जूनियां दे विच पैना पै जांदा है। फिर जिथे विचार दे नाल प्रेम दा सुमेल हुंदा फिर कबीर दी हस्ती सामने आउंदी है। क्या जानो कि शहर किया भई कबीर कबीर। जिथे प्रेम दा ते विचार दा सुमेल हुंदा उत्थे बाबा फरीद साहिब गुरु ग्रंथ साहिब दा रूप धार के सामने आउंदे है। जिथे प्रेम दा ते विचार दा सुमेल हुंदा मुजस्मा उठदा उत्थे साहिब रविदास साहिब जी सामने आउंदे गुरु ग्रंथ साहिब दे स्वरूप दे विच विद्यमान होए। उत्थे है नहीं कुछ भी, जां ते ब्रह्म है, ब्रह्म है, हरेक जगह ते ब्रह्म है ते आप दे विच कुछ भी नहीं, जां कुछ भी नहीं जां ब्रह्म है। जलस्तु ही तुही थलस्तु ही। विचार तो हीने मनुख ने रब ते वंडिया ही वंडिया, रंग भी वंड लए, आसमान भी वंड लए, पानी भी वंड लिया। हुण पता नहीं किहड़ी शै रह गई बाकी वंडण दे लई। वंडण वाले बहुत संसार विच, नखेड़न वाले बहुत संसार दे विच। जे कोई एक करन वाला है, जे कोई मिलाउण वाला, मिलाप करन वाला है, तो गुरु नानक दा सच्चा सुच्चा रस्ता है। इस करके इस राह नूं समझण दी कोशिश करिए। मैं एक दिन पहलां भी बेनती कीती सी कि बोले सो निहाल भी विचार के समझ के बोलना, ते नानक नाम चढ़दी कला तेरे भाणे सरबत दा भला। ये विचार भी समझनी। इस विचार नूं समझण दी लोड़ आ।
ਕਿ ਬੋਲੇ ਸੋ ਨਿਹਾਲ ਕਿੱਥੇ ਬੋਲਣਾ ਹੈ ਤੇ ਸਰਬੱਤ ਦਾ ਭਲਾ ਕਿੱਥੇ ਬੋਲਣਾ ਹੈ। ਬਿਨਾਂ ਵਿਚਾਰੇ ਬਿਨਾਂ ਸਮਝੇ ਨਾ ਤੇ ਬੋਲੇ ਸੋ ਨਿਹਾਲ ਬੋਲਣ ਦਾ ਕੋਈ ਲਾਭ ਹੋਣਾ ਤੇ ਨਾ ਸਰਬੱਤ ਦਾ ਭਲਾ ਕਹਿਣ ਨਾਲ ਹੀ ਕੋਈ ਲਾਭ ਹੋਣਾ। ਜਿਹੜੇ ਵਿਚਾਰਵਾਨ ਹੋ ਕੇ ਮੰਗਦੇ ਆ ਨਾ, ਉਹ ਫਿਰ ਸੰਸਾਰ ਤੇ ਸਮਾਜ ਨੂੰ ਬਦਲ ਕੇ ਰੱਖ ਦਿੰਦੇ ਆ। ਸੋ ਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰਨੀ। ਇੱਥੇ ਨਹੀਂ ਸਮਝਣਾ ਵੀ ਹਿੰਦੂਵਾਦ ਲਿਖਤਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਨੇ, ਜਾਂ ਰਾਮਚੰਦਰ ਦੀ, ਜਾਂ ਕ੍ਰਿਸ਼ਨ ਦੀ, ਜਾਂ 52 ਅਵਤਾਰ ਦੀ, ਮਾਸ਼ਕਸ਼ਵਰਾ ਦੀ। ਇਹ ਸਾਡੇ ਵਿੱਚ ਪਤਾ ਨਹੀਂ ਅੱਜ ਕਿੱਥੋਂ ਗੱਲਾਂ ਪ੍ਰਵੇਸ਼ ਕਰ ਗਈਆਂ। ਜਿੱਥੇ ਕੋਈ ਇਹ ਗੱਲ ਆਵੇ ਤੇ ਜੀ ਮਿਲਾਵਟ ਹੋ ਗਈ। ਇਹ ਤੇ ਦੇਵੀ ਦੇਵਤਿਆਂ ਦੀ ਉਪਮਾ ਹੈ। ਇਸ ਕਰਕੇ ਸਾਨੂੰ ਇਹ ਇਤਿਹਾਸ ਸਵੀਕਾਰ ਹੀ ਨਹੀਂ ਹੈ। ਅਸੀਂ ਮੰਨਦੇ ਹੀ ਨਹੀਂ ਇਸ ਇਤਿਹਾਸ ਨੂੰ। ਤਾਂ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਧੰਨ ਧੰਨ ਮਾਤਾ ਦੇਵਕੀ ਜਿਹ ਗ੍ਰਹਿ ਰਮਈਆ ਕਵਲਾਪਤੀ। ਇਹ ਬੋਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾ, ਜਿਹਨੂੰ ਤੁਸੀਂ ਏਕ ਪਿਤਾ ਏਕ ਸਕੇ ਮੁਬਾਰਕ ਕਹਿੰਦੇ ਆ। ਫਿਰ ਇਹ ਕਿਹੜੇ ਲੇਖੇ ਲਾਉਣੇ ਆ? ਇਸ ਕਰਕੇ ਵਿਚਾਰੋ, ਵਿਚਾਰ ਦੇ ਨਾਲ ਨਾਲ ਜੋ ਸਾਡਾ ਗੁਰੂ ਸ੍ਰੇਸ਼ਟ ਰਸਤਾ ਸਾਨੂੰ ਦਰਸਾਉਂਦਾ ਪ੍ਰੇਮ ਦਾ, ਉਹ ਵੀ ਅਪਣਾਓ। ਜੋ ਗੁਰੂ ਕਹਿੰਦਾ ਸਮਝਣ ਦੀ ਕੋਸ਼ਿਸ਼ ਕਰੋ, ਸਮਝ ਕੇ ਕਮਾਉਣ ਦੀ ਕੋਸ਼ਿਸ਼ ਕਰੋ, ਫਿਰ ਅੱਗੇ ਹੋਰ ਕਿਸੇ ਨੂੰ ਸਮਝਾਉਣ ਤੇ ਉਤਰਾਂਗੇ। ਨਹੀਂ ਤੇ ਸਾਹਿਬ ਕਬੀਰ ਸਾਹਿਬ ਦਾ ਪ੍ਰਤੱਖ ਫਰਮਾਨ ਹੈ, ਕਬੀਰ ਅਵਰਹ ਕੋ ਉਪਦੇਸ਼ ਤੇ। ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਉਹ ਗੱਲ ਨਾ ਹੋ ਜਾਵੇ ਕਿਤੇ ਦੂਜਿਆਂ ਦੀਆਂ ਰਾਖੀਆਂ ਕਰਦਿਆਂ ਕਰਦਿਆਂ ਆਪਣੇ ਖੇਤ ਦਾ ਹੀ ਉਜਾੜਾ ਹੋ ਜਾਵੇ। ਇਸ ਕਰਕੇ ਜ਼ਰੂਰੀ ਹੈ, ਕਬੀਰ ਅਵਰਹ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਜੋ ਕਹਿੰਦੇ ਆ ਕਮਾਈ ਕਰਨ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ। ਸੋ ਬਾਬਾ ਬੁੱਢਣ ਸ਼ਾਹ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨ ਕਮਲ ਆਪਣੇ ਬਿਰਧ ਹੱਥਾਂ ਦੇ ਨਾਲ ਪਕੜੇ ਹੋਏ ਆ, ਔਰ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਪਾਵਨ ਵਡਿਆਈ ਦੇ ਵਿੱਚ, ਮਹਾਨ ਵਡਿਆਈ ਦੇ ਵਿੱਚ, ਜਸ ਦੇ ਵਿੱਚ ਡੁੱਬੇ ਹੋਏ ਹਨ ਜੀ। ਕਹਿ ਜਸ ਬਹੁਵਿਧ ਪਗ ਪਰ ਪਰਿਓ। ਇਸ ਤਰੀਕੇ ਦੇ ਨਾਲ ਬਹੁਤ ਸਾਰੀ ਵਡਿਆਈ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਤੇ ਪੈ ਗਏ। ਗੁਰ ਕਹਿ ਭੁਜ ਕਰ ਲਾਵਨ ਕਰਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਭੁਜਾਵਾਂ ਫੜ ਲਈਆਂ, ਬਾਹਾਂ ਤੋਂ ਪਕੜ ਕੇ ਉਠਾਇਆ, ਔਰ ਸੱਚੇ ਪਾਤਸ਼ਾਹ ਨੇ ਆਪਣੀ ਗਲਵੱਕੜੀ ਦਾ ਨਿੱਘ ਦਿੱਤਾ। ਫਿਰ ਆਪਣੇ ਸੀਨੇ ਨਾਲ ਲਾ ਲਿਆ, ਜੱਫੀ ਪਾ ਲਈ ਬਾਬੇ ਬੁੱਢਣ ਸ਼ਾਹ ਦੇ ਤਾਈਂ। ਸਕਲ ਆਸ ਪੂਰਨ ਤਬ ਭਈ। ਬਾਬਾ ਬੁੱਢਣ ਸ਼ਾਹ ਦੀਆਂ ਸਾਰੀਆਂ ਆਸਾਵਾਂ ਪੁੱਜ ਗਈਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨਾਲ ਮਿਲ ਕੇ। ਸਭ ਗਿਆਤਾ ਔਰ ਮਹਿ ਬਿਦਤਈ। ਸਾਰਾ ਗਿਆਨ ਹੀ ਹਿਰਦੇ ਦੇ ਵਿੱਚ ਪੈਦਾ ਹੋ ਗਿਆ। ਉਸ ਸਮੇਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਸਤਿਗੁਰਾਂ ਦੇ ਪਾਵਨ ਸਰੀਰ ਨੂੰ ਛੂੰਹਦਿਆਂ ਸਾਰ ਸ਼੍ਰੀ ਗੁਰ ਦਿੱਤਾ ਤਬ ਚਲ ਆਇਓ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜੇਠੇ ਸਪੁੱਤਰ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਚੱਲ ਕੇ ਆ ਗਏ। ਨਮੋ ਪਰਸ ਪਰ ਕਰ ਸੁਖ ਪਾਇਓ। ਬਾਬਾ ਬੁੱਢਣ ਸ਼ਾਹ ਨੇ ਤੇ ਬਾਬਾ ਗੁਰਦਿੱਤਾ ਸਾਹਿਬ ਨੇ ਆਪਸਰੀ ਦੇ ਵਿੱਚ ਨਮਸਕਾਰ ਕੀਤੀ ਤੇ ਬੜਾ ਸੁਖ ਪ੍ਰਾਪਤ ਕੀਤਾ। ਸਤਿਗੁਰ ਭਲਿਓ ਜਾਏ ਹਮ ਡੇਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਹੁਣ ਅਸੀਂ ਆਪਣੇ ਮਹਿਲਾਂ ਨੂੰ ਚੱਲਦੇ ਹਾਂ। ਇਹ ਅਬ ਬੈਠਾਂਗੇ ਢਿਗ ਤੇਰੇ। ਇਹ ਭਾਵ ਬਾਬਾ ਗੁਰਦਿੱਤਾ ਸਾਹਿਬ ਜੀ ਹੁਣ ਤੇਰੇ ਪਾਸ ਬੈਠਣਗੇ। ਬਾਬਾ ਬੁੱਢਣ ਸ਼ਾਹ ਦੇ ਤਾਈਂ ਬਚਨ ਕੀਤੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਏਮ ਕਹਿ ਗਮਨ ਕੀਨ ਤਤਕਾਲਾ। ਇਉਂ ਕਹਿ ਕਰਕੇ ਛੇਤੀ ਦੇ
ਇਸ ਸਮੇਂ ਸੱਚੇ ਪਾਤਸ਼ਾਹ ਨੇ ਚਾਲੇ ਪਾ ਦਿੱਤੇ ਆ ਜੀ। ਜਾਤੀ ਮਲਕ ਵਿਪਰ ਲੈ ਨਾਲਾ, ਨਾਲ ਹੈ ਸੂਰਮਾ ਸਤਿਗੁਰਾਂ ਦਾ ਬ੍ਰਾਹਮਣ ਜਾਤੀ ਦਾ ਜਾਤੀ ਮਲਕ ਜੋ ਹੈ। ਉਤਰ ਸੈਲ ਤੇ ਸਦਨ ਪ੍ਰਵੇਸ਼ੇ, ਗਰੀਬ ਨਵਾਜ ਇਸ ਪਹਾੜ ਤੋਂ ਉਤਰੇ ਤੇ ਉਤਰ ਕਰਕੇ ਸੱਚੇ ਪਾਤਸ਼ਾਹ ਆਪਣੇ ਪਾਵਨ ਮਹਿਲਾਂ ਦੇ ਵਿੱਚ ਪ੍ਰਵੇਸ਼ ਕਰ ਗਏ। ਦਰਸ਼ਨ ਦੀਨ ਕੁਟੰਬ ਅਸ਼ੇਸ਼ੇ, ਬਾਕੀ ਸਾਰੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਨੇ ਫਿਰ ਮਹਿਲਾਂ ਦੇ ਵਿੱਚ ਜਾ ਕੇ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਕਾਟ ਕਸ 14 ਜਾਮ ਬਿਤਾਏ, ਕਮਰ ਕੱਸਾ ਕੀਤਾ ਹੋਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਔਰ 10 ਭਾਵ 13 ਜਾਮ 13 ਪੈਰ ਕਮਰ ਕੱਸਾ ਕੀਤੇ ਬਤੀਤ ਕਰ ਦਿੱਤੇ ਆ। 13 ਤੀਆ 39 ਘੰਟੇ ਬਣਦੇ ਆ। 10 ਮਿੰਟ ਹੀ ਮੁਸ਼ਕਲ ਹੋ ਜਾਂਦਾ ਸਾਨੂੰ ਮਰਿਆਦਾ ਨਿਭਾਉਣੀ। ਸੋ ਜ਼ਰੂਰੀ ਹੈ ਜੋ ਮਰਿਆਦਾਵਾਂ ਚੱਲੀਆਂ ਉਹਨਾਂ ਨੂੰ ਅਪਣਾਇਆ ਜਾਵੇ। ਸੋ ਜਿੱਥੇ ਜ਼ਰੂਰਤ ਹੁੰਦੀ ਆ ਕਮਰ ਕੱਸਾ ਕਰਨਾ ਚਾਹੀਦਾ। ਭਾਈ ਮਰਿਆਦਾ ਹੈ ਗੁਰੂ ਘਰ ਦੀ। ਸ਼ਸਤਰ ਵਸਤਰ ਸਭ ਅੰਗ ਲਗਾਏ, ਸਾਰੇ ਸ਼ਸਤਰ ਔਰ ਜੰਗ ਦੇ ਜਿਹੜੇ ਵਸਤਰ ਹੈ ਉਸੇ ਤਰੀਕੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਧਾਰਨ ਕੀਤੇ ਹੋਏ ਆ। ਦੋਏ ਘਰੀ ਉੱਪਰ ਬਿਤ ਜਬੈ, ਇਸ ਤਰੀਕੇ ਨਾਲ ਜਦੋਂ 13 ਪੈਰਾਂ ਤੋਂ 2 ਘੜੀਆਂ ਉੱਪਰ ਬਤੀਤ ਹੋ ਗਈਆਂ। ਕਮਰ ਕੱਸਾ ਖੋਲਿਓ ਗੁਰ ਤਬੈ, ਉਸੇ ਸਮੇਂ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣਾ ਕਮਰ ਕੱਸਾ ਖੋਲਿਆ। ਭਾਵ 40 ਘੰਟਿਆਂ ਬਾਅਦ ਆਪਣੀ ਕਮਰ ਖੋਲੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਸ਼ਸਤਰ ਵਸਤਰ ਸਭ ਧਰੇ ਉਤਾਰੀ, ਆਪਣੇ ਪਾਵਨ ਸ਼ਸਤਰ ਪਵਿੱਤਰ ਵਸਤਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਤਾਰੇ ਆਪਣੇ ਪਾਵਨ ਸਰੀਰ ਤੋਂ। ਕੀਨ ਇਸ਼ਨਾਨ ਲੀਨ ਬਹੁਬਾਰੀ, ਔਰ ਖੁੱਲੇ ਜਲ ਦੇ ਨਾਲ ਬਹੁਤ ਭਾਰੀ ਜਲ ਵਰਤਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਉਸ ਜਲ ਦੇ ਨਾਲ ਆਪਣੇ ਸਰੀਰ ਦੀ ਸੁੱਚ ਪਵਿੱਤਰਤਾ ਕੀਤੀ। ਤੀਰ ਆਦ ਕੇ ਘਾਵ ਵਿਸਾਲਾ, ਜਿਹੜੇ ਤੀਰ ਇਤਿਆਦਿਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਲੱਗੇ ਹੋਏ ਜ਼ਖਮ ਸਨ ਇਹਨਾਂ ਸ਼ਸਤਰਾਂ ਦੇ ਨਾਲ। ਲਗੇ 72 ਜਾਬ ਰਣ ਘਾਲਾ, ਕਹਿੰਦੇ ਜਦੋਂ ਇਹ ਜੰਗ ਲੜਿਆ ਸੀ ਉਸ ਸਮੇਂ ਜੰਗ ਵਿੱਚ 72 ਕੁੱਲ ਇਹਨਾਂ ਜ਼ਖਮਾਂ ਦੀ ਗਿਣਤੀ ਸੀ। ਸੱਚੇ ਪਾਤਸ਼ਾਹ ਦੇ ਸਰੀਰ ਦੇ ਉੱਪਰ 72 ਜ਼ਖਮ ਹੈ। ਇਸ ਸਮੇਂ ਜਿਹੜੇ ਰਣ ਭੂਮੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਸ਼ਸਤਰ ਸਹਾਰ ਕੇ ਆਪਣੇ ਸਰੀਰ ਦੇ ਉੱਪਰ ਲਏ ਆ। ਕਮਰ ਕੱਸਾ ਖੋਲਤ ਗਨ ਗਿਨੇ, ਕਹਿੰਦੇ ਕਮਰ ਕੱਸਾ ਖੋਲਦਿਆਂ ਸਾਰ ਗਿਣਿਆ ਇਹਨਾਂ ਜ਼ਖਮਾਂ ਦੇ ਤਾਈਂ। ਸੁਨੇ ਸਭ ਬਿਸਮੇ ਸੇਵਕ ਭਨੇ, ਜਦੋਂ ਸੁਣਿਆ ਹੈ ਸੁਣ ਕਰਕੇ ਸਾਰੇ ਸਿੱਖ ਸੇਵਕ ਹੈਰਾਨ ਹੋਏ। ਆਪ ਸ੍ਰੀ ਦੇ ਵਿੱਚ ਵਿਚਾਰਾਂ ਕਰਦੇ ਆ 72 ਜ਼ਖਮਾਂ ਦੀਆਂ ਗੱਲਾਂ ਕਰ ਕਰਕੇ। ਚਤੁਰ ਘਟੀ ਜਬ ਜਾਮਨ ਗਈ, ਜਦੋਂ 4 ਘੜੀਆਂ ਰਾਤ ਬਤੀਤ ਹੋ ਗਈ ਹੈ। ਕਰ ਭੋਜਨ ਦ੍ਰਿਗ ਨਿੰਦਰਾ ਲਈ, ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਭੋਜਨ ਪ੍ਰਸ਼ਾਦਾ ਛਕਿਆ ਔਰ ਆਪਣੇ ਨਿੱਜੀ ਸਰੂਪ ਦਾ ਧਿਆਨ ਧਾਰਿਆ। ਅਰਮਾਨ ਫਰਮਾਉਣ ਲੱਗੇ ਸੱਚੇ ਪਾਤਸ਼ਾਹ, ਅਪਰ ਸਰਬ ਹੀ ਕਰ ਕਰ ਖਾਨ। ਹੋਰ ਵੀ ਜਿਹੜਾ ਸਾਰਾ ਪਰਿਵਾਰ ਸਾਰੀ ਸਿੱਖ ਸੰਗਤ ਹੈ ਸਭ ਨੇ ਭੋਜਨ ਪ੍ਰਸ਼ਾਦਾ ਜਥਾ ਸ਼ਕਤ ਜਥਾ ਜੋਗ ਛਕਿਆ ਹੈ। ਸੋਬਤ ਭਏ ਕਰ ਚਿੰਤਾ ਹਾਨ, ਔਰ ਆਪਣੀਆਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਸਭ ਨੇ ਵਿਸ਼ਰਾਮ ਕੀਤਾ। ਉਤ ਬੁੱਢਣ ਟਿਕ ਬਾਬਾ ਥਿਰੇ, ਇੱਧਰ ਬਾਬਾ ਬੁੱਢਣ ਸ਼ਾਹ ਜੀ ਦੇ ਪਾਸ ਗੁਰੂ ਕੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਸਥਿਤ ਹਨ। ਭਗਤ ਗਿਆਨ ਕੀ ਚਰਚਾ ਕਰੇ, ਇੱਥੇ ਬੈਠ ਕੇ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ ਬਾਬਾ ਗੁਰਦਿੱਤਾ ਸਾਹਿਬ ਨੇ ਭਗਤੀ ਦੀ ਤੇ ਗਿਆਨ ਦੀ ਚਰਚਾ ਕੀਤੀ ਹੈ ਜੀ। ਸਤਿਗੁਰ ਕੇ ਗੁਣ ਵਰਨਤ ਰਹੇ, ਗਰੀਬ ਨਵਾਜ ਗੁਰੂ ਸਾਹਿਬ ਜੀ ਦੇ ਅਨੇਕਾਂ ਗੁਣਾਂ ਦਾ ਪਰ ਉਪਕਾਰਾਂ ਦਾ ਜ਼ਿਕਰ ਆਪ ਸ੍ਰੀ ਦੇ ਵਿੱਚ ਵਰਣਨ ਕਰ ਕਰਕੇ ਸੁਣਾਇਆ। ਜਿਨ ਕੋ ਸੁਨ ਸਿੱਖ ਦੁਰਮਤ ਦਹੇ, ਕਹਿੰਦੇ ਜਿਨ੍ਹਾਂ ਨੂੰ ਸੁਣ ਕੇ ਸਿੱਖਾਂ ਦੇ ਦੁਰਮਤ ਵਿਨਾਸ਼ ਹੋ ਜਾਵੇ ਐਸੇ ਪਾਵਨ ਬਚਨ ਕੀਤੇ ਆਪ ਸ੍ਰੀ ਵਿੱਚ ਬਾਬਾ ਗੁਰਦਿੱਤਾ ਸਾਹਿਬ ਨੇ ਤੇ ਬਾਬਾ ਬੁੱਢਣ ਸ਼ਾਹ ਨੇ। ਸ੍ਰੀ ਗੁਰ ਦਿੱਤੇ ਸੰਗ ਉਚਾਰਾ, ਫਿਰ ਇਉਂ ਸ਼੍ਰੋਮਣੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਤਾਈਂ ਆਖਿਆ ਬਾਬਾ ਬੁੱਢਣ ਸ਼ਾਹ ਨੇ, ਜਿਸ ਛਿਨ ਛੂਟੇ ਸਰੀਰ ਤੁਮਾਰਾ, ਕਿ ਇਹ ਬਾਬਾ ਜੀ ਜਿਸ ਸਮੇਂ ਆਪ ਜੀ ਦਾ ਪਾਵਨ ਸਰੀਰ ਸ਼ਾਂਤ ਹੋਵੇ ਤੁਸੀਂ ਆਪਣੇ ਸੰਸਾਰ ਦੀ ਯਾਤਰਾ ਜਦੋਂ ਸਮਾਪਤ ਕਰੋ, ਤੁਸੀਂ ਜਦੋਂ ਪਰਲੋਕ ਗਮਨ ਕਰੋ ਜੀ, ਕਰਨਾ ਕਰ ਇਤ ਹੀ ਥਲ ਆਏ, ਉਸ ਸਮੇਂ ਆਪ ਜੀ ਨੇ ਮੇਰੇ ਤੇ ਕਿਰਪਾ ਕਰਨੀ ਤੇ ਇਸੇ ਹੀ ਥਾਂ ਤੇ ਆਉਣਾ ਸਰੀਰ ਛੱਡਣ ਲੱਗਿਆ। ਬਨਹਿ ਦੇਹੁਰਾ ਸਭ ਸੁਖ ਦਾਏ, ਮੇਰੇ ਮਨ ਦੀ ਮਨਸ਼ਾ ਹੈ ਕਿ ਇਸ ਥਾਂ ਤੇ ਤੁਹਾਡਾ ਪਵਿੱਤਰ ਦੇਹੁਰਾ ਬਣੇ,
ਤੁਹਾਡੇ ਸਰੀਰ ਸ਼ਾਂਤ ਹੋਣ ਦੀ ਯਾਦਾਸ਼ਤ ਹੈ ਜਿਹੜੀ ਯਾਦਗਾਰ ਥਾਂ ਹੈ ਉਹ ਇੱਥੇ ਬਣੇ ਆਪ ਜੀ ਦੀ। ਪ੍ਰਾਨ ਅੰਤ ਕੋ ਸਮਾ ਪਹੁੰਚਾ, ਜਿਸ ਸਮੇਂ ਮੇਰੇ ਪ੍ਰਾਣਾਂ ਦਾ ਅੰਤਮ ਸਮਾਂ ਨੇੜੇ ਆਵੇ, ਪਾਇਓ ਗੁਰ ਦਰਸ਼ਨ ਪਾਇਓ ਗੁਰ ਦਰਸ਼ਨ ਚਿਤ ਰੂਚਾ, ਉਸ ਸਮੇਂ ਵੀ ਮੇਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਪਾਉਣ ਦੀ ਇੱਛਾ ਹੈ ਭਾਰੀ। ਸੋ ਇਸ ਕਰਕੇ ਆਪ ਜੀ ਨੇ ਮੇਰੇ ਨਜ਼ਦੀਕ ਰਹਿਣਾ, ਭਾਵ ਆਪ ਜੀ ਦੇ ਸਰੂਪ ਵਿੱਚੋਂ ਮੈਂ ਸਤਿਗੁਰਾਂ ਦੇ ਦਰਸ਼ਨਾਂ ਦੇ ਲਾਭ ਲੈ ਸਕਾਂ। ਦੂਜਾ ਕਹਿੰਦੇ ਇਹਦਾ ਅੰਤਮ ਸਮਾਂ ਨੇੜੇ ਹੀ ਸੀ, ਹੁਣ ਸਰੀਰ ਤਿਆਗਣਾ ਹੀ ਸੀ, ਇਹਨੇ ਉਮਰ ਬਹੁਤ ਬਤੀਤ ਹੋ ਚੁੱਕੀ ਸੀ ਬਾਬਾ ਬੁੱਢਣ ਸ਼ਾਹ ਦੀ। ਸੋ ਇਸ ਕਰਕੇ ਵਡਭਾਗੀ ਮੰਨਦਾ ਵੀ ਅੰਤਮ ਸਮੇਂ ਮੈਨੂੰ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੋ ਗਏ ਹਨ। ਕਹਿਤ ਸੁਨਤ ਇਸ ਭਾਂਤ ਸੋ ਥਾਨੀ, ਇਸ ਤਰੀਕੇ ਦੇ ਬਚਨ ਕਹਿੰਦਿਆਂ ਸੁਣਦਿਆਂ ਆਪ ਸਰੀਰ ਦੇ ਵਿੱਚ ਤੀਨ ਜਾਮ ਤਬ ਨਿਸਾ ਬਿਹਾਨੀ, 3 ਪਹਿਰ ਰਾਤ ਬਾਬਾ ਗੁਰਦਿੱਤਾ ਸਾਹਿਬ ਅਤੇ ਬਾਬਾ ਬੁੱਢਣ ਸ਼ਾਹ ਨੇ ਇਉਂ ਬਚਨ ਕਰਦਿਆਂ ਬਤੀਤ ਕਰ ਦਿੱਤੀ ਹੈ। ਗੁਰੂ ਅਰਾਧਨ ਕੇ ਹੋਇਆ ਤਤਪਰ, ਫਿਰ ਗੁਰੂ ਸਾਹਿਬ ਜੀ ਦੀ ਆਰਾਧਨਾ ਕਰਨ ਦੇ ਵਾਸਤੇ ਤਿਆਰ ਹੋ ਗਿਆ ਹੈ। ਮਹਾ ਤਾਪਸੀ ਬੈਸ ਬੜੀ ਧਰ, ਬਾਬਾ ਬੁੱਢਣ ਸ਼ਾਹ ਜੀ ਦੀ ਬਹੁਤ ਭਾਰੀ ਤਪੱਸਿਆ ਹੈ ਮਹਾਨ, ਔਰ ਜਿਹਨੇ ਬਹੁਤ ਭਾਰੀ ਉਮਰ ਸਰੀਰ ਕਰਕੇ ਸੰਸਾਰ ਦੇ ਵਿੱਚ ਭੋਗੀ ਹੈ। 200-250 ਸਾਲ 252 ਸਾਲ ਦੀ ਦੱਸੀ ਜਾਂਦੀ ਹੈ ਤਕਰੀਬਨ ਇੰਨੀ ਸਰੀਰ ਦੀ ਉਮਰ। ਪੁਰਾਣੇ ਸਮੇਂ ਦੇ ਵਿੱਚ ਅਕਸਰ ਹੀ ਉਮਰਾਂ ਬਹੁਤ ਲੰਮੀਆਂ ਸੀ, ਲੋਕੀ ਬੜੇ ਧਿਆਨ ਦੇ ਨਾਲ ਜੀਂਦੇ ਸੀ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦੇ ਸੀ, ਖਾਣ ਪੀਣ ਬੜਾ ਸੀਮਤ ਹੁੰਦਾ ਸੀ ਉਹਨਾਂ ਦਾ, ਸਵਾਸਾਂ ਦਾ ਨਿਰੋਧਨ ਹੁੰਦਾ ਸੀ, ਸਰੀਰ ਦੀ ਸਾਰੀ ਦੀ ਉਹਨਾਂ ਨੇ ਆਪ ਸਫਾਈ ਕੀਤੀ ਹੁੰਦੀ ਸੀ, ਨਿਰੋਧਤਾ ਧਾਰੀ ਹੁੰਦੀ ਸੀ। ਸੋ ਸਿਮਰਨ ਦੇ ਆਸਰੇ ਜਿਹੜਾ ਅੰਨਮਈ ਕੋਸ਼ ਹੈ, ਅੰਨਮਈ ਕੋਸ਼ ਤੋਂ ਅਗਾਂਹ ਲੰਘਦੇ ਸੀ ਉਹ ਪ੍ਰਾਣਮਈ ਕੋਸ਼ ਦੇ ਵਿੱਚ, ਜਾਂ ਫਿਰ ਇਸ ਤੋਂ ਇਲਾਵਾ ਆਨੰਦਮਈ ਕੋਸ਼ ਦੇ ਵਿੱਚ ਵੀ ਪ੍ਰਵੇਸ਼ ਕਰ ਜਾਂਦੇ ਸੀ, ਜਿਹੜੀ ਬ੍ਰਹਮ ਬਿਰਤੀ ਹੈ। ਪ੍ਰਾਣਮਈ ਕੋਸ਼ ਹੁੰਦਾ ਜਿੱਥੇ ਅਨਮਈ ਕੋਸ਼ ਦਾ ਤਿਆਗ ਹੋ ਜਾਂਦਾ, ਪ੍ਰਾਣਮਈ ਕੋਸ਼ ਦੀ ਪਛਾਣ ਕਰਕੇ ਪ੍ਰਾਣਾਂ ਦੇ ਆਸਰੇ ਜਿਉਂਦੇ ਰਹਿੰਦੇ ਆ ਤਪਸਵੀ। ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਪਾਣੀ ਰੋਟੀ ਇਤਿਆਦਿਕ ਅੰਨ ਦੀ, ਉਹ ਅੰਨ ਤੋਂ ਅਗਾਂਹ ਲੰਘ ਜਾਂਦੇ ਆ। ਸੋ ਅੱਗੇ ਮਨਮਈ ਕੋਸ਼ ਹੁੰਦਾ ਹੈ, ਕਈ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ 'ਤੇ ਹੀ ਜਿਉਈ ਜਾਂਦੇ ਆ। ਜਿਹੜੇ ਯੋਗੀ ਹੁੰਦੇ ਆ, ਵੱਡੇ ਵੱਡੇ ਯੋਗ ਸਾਧਨਾ ਜਿਨ੍ਹਾਂ ਨੇ ਕੀਤੀ ਹੁੰਦੇ ਆ, ਮਨ ਵਿੱਚ ਸੰਕਲਪ ਕਰਕੇ ਸਮਾਧੀ ਲਾ ਲੈਂਦੇ ਆ, ਅਤੇ ਕਈ 100 ਸਾਲ ਨਹੀਂ ਸਮਾਧੀ ਖੁੱਲ੍ਹਦੀ ਉਹਨਾਂ ਦੀ। 10 12 15 ਸਾਲ ਦੀ ਤਾਂ ਆਮ ਹੀ ਗੱਲ ਹੈ। ਕਹਿੰਦੇ ਸ਼ਿਵਜੀ ਦੇ ਪਰਥਾਏ ਆਉਂਦਾ 80 85 ਹਜ਼ਾਰ ਵਰੇ ਦੀ ਸਮਾਧੀ ਲਾ ਲੈਂਦਾ, ਨਿਰਵਿਕਲਪ ਸਮਾਧੀ ਦੇ ਵਿੱਚ ਚਲੇ ਜਾਂਦੇ ਉਹ ਜਿਹੜੇ ਵੱਡੇ ਯੋਗੀ ਸਿੱਧ ਹੁੰਦੇ ਆ। ਸੋ ਜਿਨ੍ਹਾਂ ਨੇ ਖੋਜਾਂ ਕੀਤੀਆਂ ਹੁੰਦੀਆਂ, ਜਿਨ੍ਹਾਂ ਨੇ ਧਿਆਨ ਧਾਰੇ ਹੁੰਦੇ ਆ, ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਇਸ ਸਰੀਰ ਦੇ ਵਿੱਚ ਆ ਤਮਾਮ, ਜੋ ਇਸ ਸੰਸਾਰ ਦੇ ਵਿੱਚ ਆ ਸਰੀਰ ਦੇ ਵਿੱਚ ਵੀ ਹੈ। ਸੋ ਜਿਹੜੇ ਸਿੱਧ ਸੀ, ਜਦੋਂ ਗੁਰੂ ਨਾਨਕ ਦੇਵ ਸਾਹਿਬ ਨਾਲ ਮਿਲਾਪ ਹੋਇਆ, ਇਹਨਾਂ ਦੀਆਂ 500 ਸਾਲ ਦੀਆਂ ਉਮਰਾਂ ਆਮ ਹੀ ਸੀ। ਇਉਂ ਇਹ ਸਵਾਸਾਂ ਦਾ ਨਿਰੋਧਨ ਕਰਕੇ ਜਿਉਂਦੇ ਸੀਗੇ, ਲੰਮਾ ਸਮਾਂ ਦਸਮ ਦੁਆਰ ਦੇ ਵਿੱਚ ਸਵਾਸ ਖਿੱਚੀ ਰੱਖਦੇ ਸੀ, ਸਵਾਸ ਲੈਂਦੇ ਹੀ ਨਹੀਂ ਸੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੰਨੀ ਵੱਡੀ ਉਮਰ ਦੇ ਵਿੱਚ ਬਾਬਾ ਬੁੱਢਣ ਸ਼ਾਹ ਨੂੰ ਮਿਲਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਸੋ ਉਹਨਾਂ ਤੋਂ ਬਾਅਦ ਵੀ ਅਤੇ ਅੱਜ ਵੀ ਕਈ ਐਸੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ, 150 ਸਾਲ ਦੀ ਉਮਰ ਤੇ ਆਮ ਹੀ ਆ, ਸਵਾ ਸਾਲ 100 ਸਾਲ ਦੀ ਉਮਰ ਤਾਂ ਆਮ ਹੀ ਹੋ ਜਾਂਦੀ ਹੈ। ਸੋ ਕਹਿੰਦੇ ਜਾਪਾਨ ਦੇਸ਼ ਦੇ ਲੋਕਾਂ ਦੀ ਆਮ ਹੀ 100 ਸਾਲ ਤੋਂ ਔਸਤਨ ਹੀ ਉਮਰ ਵੱਧ ਹੈ, 110 15 20 25 ਸਾਲ ਤੱਕ ਉਹ ਜਿਉਂਦੇ ਆ। ਸੋ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਏਡੀ ਵੱਡੀ ਉਮਰ ਹੋਣੀ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਕਈ ਵਾਰੀ ਐਵੇਂ ਹੀ ਬਿਨਾਂ ਸੋਚੇ ਸਮਝੇ ਵਿਚਾਰੇ ਮਾੜੀ ਜੀ ਗੱਲ ਤੋਂ ਇਸ਼ੂ ਬਣਾ ਲੈਂਦੇ ਆ, ਜੀ ਲਓ 200 ਸਾਲ ਦੀ ਉਮਰ ਲਿਖਤੀ ਹੈ ਅਤੇ ਗੱਪ ਹੋ ਗਿਆ। ਭਾਵ ਜੇ ਅਸੀਂ ਨਹੀਂ